ਜਿਹੜੇ ਚਾਚਾ ਜੀ ਮੇਰੇ ਜਿੰਦਾ ਸਨ ਨਾ, ਮੈਨੂੰ ਵੀ ਨਹੀਂ ਸੀ ਪਤਾ ਚਾਚਾ ਜੀ ਜਿੰਦਾ ਨੇ। ਹਾਂਜੀ, ਕਿਉਂਕਿ ਗਾਂ ਬੱਚੇ ਵਗੈਰਾ ਚਿੱਠੀਆਂ ਪਾਉਂਦੇ ਸਨ, ਇਸ ਤਰ੍ਹਾਂ ਦੱਸਦੇ ਸਨ, ਪਰਿਵਾਰ ਬੜਾ ਵੱਡਾ ਹੈ, ਸਮਝ ਨਹੀਂ ਸੀ ਆਉਂਦੀ, ਬੜਾ ਫੋਨ ਤੇ ਦੱਸਦੇ ਸਨ, ਚਿੱਠੀਆਂ 'ਚ ਦੱਸਦੇ ਸਨ, ਫੋਟੋਆਂ 'ਚ ਭੇਜਦੇ ਸਨ। ਤੇ ਜਦੋਂ ਮੈਂ ਇੱਥੇ ਆਈ ਤੇ ਇੱਥੇ ਆ ਕੇ ਮੈਨੂੰ ਸਮਝ ਨਾ ਆਵੇ ਕਿ ਕਿਹੜੇ ਬਜ਼ੁਰਗ ਨੇ, ਇੰਨਾ ਕਿਉਂ ਰੋ ਰਹੇ ਨੇ। ਫਿਰ ਜਦੋਂ ਮੈਨੂੰ 10-15 ਮਿੰਟ ਗੱਲਾਂ ਕਰਨ ਤੋਂ ਬਾਅਦ ਪਤਾ ਲੱਗਿਆ, ਮੈਂ ਪੁੱਛਿਆ ਚੰਗੀ ਤਰ੍ਹਾਂ ਕੌਣ ਕਿਹਦੇ ਬੱਚੇ, ਮੈਨੂੰ ਚੰਗੀ ਤਰ੍ਹਾਂ ਸਮਝਾਓ, ਫੈਮਿਲੀ ਟਰੀ ਸਮਝਾਓ। ਜਦੋਂ ਉਹਨਾਂ ਨੇ ਸਮਝਾਇਆ ਤੇ ਮੈਨੂੰ ਪਤਾ ਲੱਗਿਆ ਕਿ ਉਹ ਮੇਰੇ ਸਕੇ ਚਾਚਾ ਜੀ ਨੇ। ਫਿਰ ਜਿਹੜੀ ਮੈਨੂੰ ਇਹ ਕਹਿ ਲਓ ਕਿ ਕੋਈ ਹੋਸ਼ ਨਹੀਂ ਰਹੀ, ਆਪਣਾ ਆਪ ਸੰਭਾਲਿਆ ਨਹੀਂ ਗਿਆ ਮੇਰੇ ਕੋਲ। ਕੀ ਵਿਵੇਖਿਆ ਗ੍ਰਾਂ ਦੇ ਵਿੱਚ ਜਾ ਕੇ ਜਦੋਂ ਤੁਸੀਂ ਗਏ? ਕਿੰਨਾ ਟਾਈਮ ਗੁਜ਼ਾਰਿਆ ਉੱਥੇ? ਸਾਰਾ ਦਿਨ ਅਸਾਂ ਲਾਇਆ। ਅਸੀਂ ਆਪਣੇ ਖੂਹ 'ਤੇ ਗਏ, ਜਿਵੇਂ ਅਸੀਂ ਕਹਿੰਦੇ ਹਾਂ ਉੱਧਰ ਖੂਹ 'ਤੇ ਇਹ ਡੇਰਾ ਕਹਿੰਦੇ ਨੇ, ਜਿੱਥੇ ਸਾਡੇ ਖੇਤ ਨੇ। ਉਹ ਖੇਤ ਓਰੀਜਨਲ ਖੇਤ ਜਿਹੜੇ ਮੇਰੇ ਦਾਦਾ ਜੀ ਦੇ ਨੇ, ਉਹਨਾਂ ਦੇ ਵਿੱਚ ਮੈਂ ਗਈ। ਸੋ ਉਹਨਾਂ ਦੇ ਵਿੱਚ ਤੁਰੀ, ਸਾਰਾ ਕੁਛ ਕੀਤਾ। ਉੱਥੇ ਮੈਂ ਆਪਣੀ ਜਿਹੜਾ ਮੇਰੇ ਤਾਇਆ ਜੀ ਦੱਸਦੇ ਸਨ, ਮੈਂ ਉਹਨਾਂ ਨੂੰ ਕਿਹਾ ਨਾ ਮੈਨੂੰ ਕੋਈ ਨਿਸ਼ਾਨੀ ਦੱਸੋ, ਪਿੰਡ ਦਾ ਗੁਰਦੁਆਰਾ, ਕੋਈ ਪਿੰਡ 'ਚ ਮਸਜਿਦ, ਕੋਈ ਸਕੂਲ, ਕੋਈ ਕੁਛ। ਤੇ ਉਹਨਾਂ ਨੇ ਦੱਸਿਆ ਕਿ ਉੱਥੇ ਇੱਕ ਬੋਹੜ ਹੈ, ਸੌਰੀ ਪਿੱਪਲ ਹੈ, ਤੇ ਉਹ ਪਿੱਪਲ ਅੱਜ ਵੀ ਹੈ। ਜੈਸੋ ਮੇਰਾ ਜੀ ਕਰਦਾ ਸੀ ਮੈਂ ਉਸ ਪਿੱਪਲ ਨੂੰ ਜੱਫੀ ਮਾਰ ਕੇ ਤੇ ਇੱਥੇ ਰਾਜਾ। ਉਹ ਪਿੱਪਲ ਨਹੀਂ ਸੀ ਮੇਰੇ ਵਾਸਤੇ, ਉਹ ਮੇਰੇ ਬਜ਼ੁਰਗ ਖਲੋਤੇ ਸਨ।